ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਵਡਹੰਸ ਕੀ ਵਾਰ ਮਹਲਾ ਚੌਥਾ। ਲਲਾ ਬਹਿਲੀਮਾ ਕੀ ਧੁਨ ਗਾਵਣੀ। ਇਕ ਓੰਕਾਰ ਸਤ ਗੁਰ ਪ੍ਰਸਾਦ। ਸ਼ਲੋਕ ਮਹਲਾ ਤੀਜਾ। ਸ਼ਬਦ ਰਤੇ ਵਡਹੰਸ ਹੈ। ਸਚ ਨਾਮ ਉਰ ਧਾਰ। ਸਚ ਸੰਗ੍ਰਹਿ ਸਦ ਸਚ ਰਹੈ। ਸਚੈ ਨਾਮ ਪਿਆਰ। ਸ਼ਬਦ ਰਤੇ ਵਡਹੰਸ ਹੈ। ਸਚ ਨਾਮ ਉਰ ਧਾਰ। ਸਚ ਸੰਗ੍ਰਹਿ ਸਦ ਸਚ ਰਹੈ। ਸਚੈ ਨਾਮ ਪਿਆਰ। ਸਦਾ ਨਿਰਮਲ ਮੈਲ ਨਾ ਲਗਈ। ਨਦਰ ਕੀਤੀ ਕਰਤਾਰ। ਨਾਨਕ ਹਉ ਤਿਨ ਕੈ ਬਲਿਹਾਰਣੈ। ਜੋ ਅਨ ਦਿਨ ਜਪਹਿ ਮੁਰਾਰ। ਮਹਲਾ ਤੀਜਾ। ਮੈਂ ਜਾਣਿਆ ਵਡਹੰਸ ਹੈ। ਤਾਂ ਮੈਂ ਕੀਆ ਸੰਗ। ਜੇ ਜਾਣਾ ਬਗ ਬਪੁੜਾ। ਤਾਂ ਜਨਮ ਨਾ ਦੇਂਦੀ ਅੰਗ। ਮਹਲਾ ਤੀਜਾ। ਹੰਸਾਂ ਵੇਖ ਤਰੰਦਿਆਂ। ਬੱਗਾਂ ਭੇ ਆਇਆ ਚਾਉ। ਡੁੱਬ ਮੂਏ ਬਗ ਬਪੁੜੇ। ਸਿਰ ਤਲ ਉਪਰ ਪਾਉ। ਪੌੜੀ ਤੂੰ ਆਪੇ ਹੀ ਆਪ ਆਪ ਹੈ। ਆਪ ਕਾਰਣ ਕੀਆ। ਤੂੰ ਆਪੇ ਆਪ ਨਿਰੰਕਾਰ ਹੈ। ਕੋ ਅਵਰ ਨਾ ਬੀਆ। ਤੂੰ ਕਰਨ ਕਾਰਣ ਸਮਰੱਥ ਹੈ। ਤੂੰ ਕਰਹਿ ਸੋ ਥੀਆ। ਤੂੰ ਅਣਮੰਗਿਆ ਦਾਨ ਦੇਵਣਾ। ਸਭਨਾ ਜੀਆ। ਸਭ ਆਖਹੁ ਸਤਿਗੁਰ ਵਾਹ ਵਾਹ। ਜਿਨ ਦਾਨ ਹਰਿ ਨਾਮ ਮੁਖ ਦੀਆ। ਤੂੰ ਅਣਮੰਗਿਆ ਦਾਨ ਦੇਵਣਾ। ਸਭਨਾ ਜੀਆ। ਸਭ ਆਖਹੁ ਸਤਿਗੁਰ ਵਾਹ ਵਾਹ। ਜਿਨ ਦਾਨ ਹਰਿ ਨਾਮ ਮੁਖ ਦੀਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਆ। ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ
ਜਦ ਆਪ ਸਾਵਧਾਨ ਤੇ ਇਕਾਗਰ ਚੀਤ ਹੋਏ, ਜੁੜ ਮਿਲ ਬੈਠੇ ਹੋ। ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ, ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ 'ਚੋਂ ਅਰਦਾਸ ਕਰਨਾ, ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ, ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ, ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ। ਸੰਪੂਰਨ ਰਹਿਣ ਆਪਣੇ ਪਿਆਰ ਅਤੇ ਭਾਣੇ ਵਿੱਚ ਬਤੀਤ ਕਰਾਈ ਹੈ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਤੇ ਇਸ ਵਕਤ ਆਪਣੇ ਹੀ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਇਹ ਸੁਭਾਗਾ ਸਮਾਂ ਬਖਸ਼ਿਸ਼ ਕੀਤਾ। ਹਰ ਰੋਜ਼ ਦੀ ਤਰ੍ਹਾਂ ਮਹਾਰਾਜ ਨੇ ਅੱਜ ਵੀ ਕਿਰਪਾ ਕੀਤੀ, ਸਾਡੇ ਤੇ ਰਹਿਮਤ ਕਰਦਿਆਂ ਉਪਦੇਸ਼ ਦਿੱਤਾ ਹੈ ਤੇ ਸਾਨੂੰ ਦੱਸਿਆ ਹੈ ਕਿ ਭਾਈ ਤੁਸੀਂ ਕਈ ਵਾਰ ਧਰਮ ਦੇ ਨਾਂ 'ਤੇ ਕੁਝ ਕਰਮ ਕਰ ਬਹਿੰਦੇ ਹੋ, ਉਹ ਬਹੁਤ ਚੰਗੇ ਨਹੀਂ ਹੁੰਦੇ, ਉਹਨਾਂ ਦਾ ਤੁਹਾਨੂੰ ਨਤੀਜਾ ਬਹੁਤ ਚੰਗਾ ਨਹੀਂ ਮਿਲਦਾ, ਕਿਉਂਕਿ ਉਹ ਪਾਖੰਡ ਹੋ ਜਾਂਦਾ। ਜੇ ਦਿਖਾਵੇ ਕਰਕੇ ਕਰਦੇ ਹੋ ਨਾ, ਉਹ ਪਾਖੰਡ ਹੁੰਦਾ ਹੈ। ਅਤੇ ਦਿਖਾਵੇ ਕਰਕੇ ਕੀਤੇ ਕਰਮ ਦਾ ਸਮਾਜਿਕ ਤੌਰ 'ਤੇ ਚੰਗਾ ਲੱਗਦਾ ਕਿ ਹਾਂ ਫਲਾਣੇ ਨੇ ਦੇਖੋ ਜੀ ਬੜਾ ਚੰਗਾ ਕੀਤਾ, ਪਰ ਉਹਦਾ ਮਾਇਨੇ ਕੋਈ ਨਹੀਂ ਰਹਿੰਦਾ। ਉਹ ਹਵਾ 'ਚ ਚੱਲੇ ਹੋਏ ਤੀਰ ਵਾਂਗ, ਪਾਣੀ 'ਚ ਖਿੱਚੀ ਲਕੀਰ ਵਾਂਗ ਬਸ ਇੱਕ ਲਹਿਰ ਜੀ ਪੈਦਾ ਕਰਦਾ ਹੈ ਅਤੇ ਨਸ਼ਟ ਹੋ ਜਾਂਦਾ ਹੈ। ਇਸ ਕਰਕੇ ਭਾਈਓ, ਕਰਮ ਕਰੋ ਜੋ ਪਾਖੰਡ ਨਾ ਹੋਵੇ। ਇਸੇ ਕਰਕੇ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਜੋ ਦਰਸ਼ਨ ਹੈ, ਜਿਸ ਨੂੰ ਅੱਗੇ ਜਾ ਕੇ ਅਸੀਂ ਗੁਰਮਤਿ ਕਹਿੰਦੇ ਹਾਂ, ਉਹਦੇ ਵਿੱਚ ਕਿਸੇ ਵੀ ਧਰਮ ਦੇ ਨਾਂ 'ਤੇ ਕਿਸੇ ਪ੍ਰਕਾਰ ਦੇ ਕਰਮ ਦਾ ਵਿਧਾਨ ਨਹੀਂ ਹੈ। ਤੁਸੀਂ ਕੀ ਕਰਦੇ ਹੋ, ਸਮੇਂ ਮੁਤਾਬਕ ਤੁਸੀਂ ਕਿੱਥੇ ਬੈਠੇ ਹੋ, ਤੁਹਾਡੇ ਆਲੇ ਦੁਆਲੇ ਦਾ ਮਾਹੌਲ ਦੇਸ਼ ਕਾਲ ਦਾ ਕੀ ਹੈ, ਅਤੇ ਤੁਸੀਂ ਵਿੱਚ ਬਹਿ ਕੇ ਕੀ ਕਰਦੇ ਹੋ, ਇਹ ਸਮਾਜਿਕ ਹੈ। ਪਰ ਮਾਇਨੇ ਇਹ ਰੱਖਦਾ ਕਿ ਕੀ ਤੁਸੀਂ ਉਹ ਤੋਂ ਹਿਰਦੇ ਦੇ ਪ੍ਰੇਮ ਕਰਕੇ ਕਰਦੇ ਹੋ, ਜਾਂ ਸਿਰਫ ਆਲੇ ਦੁਆਲੇ ਨੂੰ ਦਿਖਾਉਣ ਵਾਸਤੇ, ਪ੍ਰਭਾਵਿਤ ਕਰਨ ਵਾਸਤੇ ਕਰਦੇ ਹੋ। ਅਤੇ ਜੇ ਆਲੇ ਦੁਆਲੇ ਦੇ ਜੀਆਂ ਨੂੰ ਪ੍ਰਭਾਵਿਤ ਕਰਨ ਵਾਸਤੇ, ਦਿਖਾਉਣ ਵਾਸਤੇ ਕਰਦੇ ਹੋ, ਅਤੇ ਫਿਰ ਸੱਚ ਚਰਣਾ ਪਾਖੰਡ ਹੈ। ਅਤੇ ਜੇ ਤੁਸੀਂ ਪ੍ਰੇਮ ਨਾਲ ਕਰਦੇ ਹੋ ਅਤੇ ਸੱਚ ਚਰਣਾ ਭਗਤੀ ਹੈ। ਪ੍ਰੇਮ ਨਾਲ ਕੀਤਾ ਹੋਇਆ ਇੱਕ ਕਦਮ ਵੀ ਆਪਣੇ ਗੁਰੂ ਵੱਲ ਪੁੱਟਿਆ ਭਗਤੀ ਹੈ। ਗੁਰਦੇਵ ਕਿਰਪਾ ਕਰਨ ਅਸੀਂ ਜੋ ਕੁਛ ਕਰੀਏ ਪ੍ਰੇਮ ਸਦਕੇ ਕਰੀਏ, ਨਹੀਂ ਤੇ ਕਰਮ ਧਰਮ ਪਾਖੰਡ ਜੋ ਦੀਸੈ, ਤਿਨ ਜਮ ਜਾਗਾ ਤੇ ਲੂਟੈ। ਅਤੇ ਪ੍ਰੇਮ ਨਾਲ ਕੀ ਕਰੀਏ, ਜੇ ਹੋਰ ਕਰਮ ਕਰਨ ਦੀ ਸਮਰੱਥਾ ਕਿਸੇ ਵਕਤ ਹੋਵੇ ਜਾਂ ਨਾ ਹੋਵੇ, ਕੋਈ ਹਾਲਾਤ ਐਸੇ ਨੇ ਜੋ ਕਰਮ ਕਰ ਪਾਵਾਂਗੇ ਕਿ ਨਹੀਂ ਕਰ ਪਾਵਾਂਗੇ, ਅਤੇ ਮਹਾਰਾਜ ਕਹਿੰਦੇ ਸਭ ਤੋਂ ਚੰਗਾ ਕਰਮ ਕੀ ਨਿਰਵਾਣ ਕੀਰਤਨ ਗਾਵੋ ਕਰਤੇ ਕਾ। ਲੇਕਿਨ ਚੇਤਾ ਰੱਖੋ, ਨਿਰਵਾਣ ਗਾਇਓ। ਨਿਰਵਾਣ ਹੁੰਦਾ ਆਪਣੇ ਆਪ ਨੂੰ ਵਿੱਚੋਂ ਕੱਢ ਕੇ। ਅਸੀਂ ਨਿਰਵਾਣ ਦਾ ਬਦਲਵਾਂ ਰੂਪ ਅੱਜ ਕੱਲ੍ਹ ਨਿਸ਼ਕਾਮ ਬਣਾ ਲਿਆ। ਇਹਦਾ ਭਾਵ ਹੁੰਦਾ ਹੈ ਕਿ ਆਪਣੇ ਆਪ ਨੂੰ ਵਿੱਚੋਂ ਕੱਢ ਕੇ ਕੇਵਲ ਅਤੇ ਕੇਵਲ ਆਪਣੇ ਗੁਰ ਕਰਤੇ ਦੀ ਉਸਤਤ ਕਰਿਓ। ਫਿਰ ਇਹ ਚਾਹਤ ਨਾ ਰੱਖਿਓ ਕਿ ਕੋਈ ਮੇਰੀ ਵੀ ਨਾਲ ਉਸਤਤ ਕਰੇਗਾ। ਨਿਰਵਾਣ ਕੀਰਤਨ ਕਰੀਏ, ਜਿਹਦੇ ਨਾਲ ਨਿਰਵਾਣ ਪਦਵੀ ਮਿਲਦੀ ਹੈ, ਜਿਹਦੇ ਨਾਲ ਨਿਰਵਾਣਤਾ ਮਿਲਦੀ ਹੈ। ਅਸੀਂ ਐਸਾ ਕਰ ਸਕੀਏ, ਨਹੀਂ ਅਗਰ ਐਸਾ ਕਰ ਪਾਏ ਫਿਰ ਭਟਕਦੇ ਰਹੀ ਹਾਂ। ਅੱਜ ਇਹਨਾਂ ਹੀ ਗੱਲਾਂ ਨੂੰ ਕੁਝ ਹੋਰ ਸਪਸ਼ਟ ਕਰਦਿਆਂ ਮਹਾਰਾਜ ਨੇ ਸਾਡੇ ਨਾਲ
ਕੁਝ ਗੱਲਾਂ ਸਾਂਝੀਆਂ ਕੀਤੀਆਂ ਨੇ। ਨਾਂ ਤੇ ਬਗਲੇ ਦਾ ਤੇ ਹੰਸ ਦਾ ਹੀ ਲਿਆ ਹੈ, ਕਿਉਂਕਿ ਕਾਵਿਆਤਮਕ ਪੱਖ ਦੇ ਵਿੱਚ ਕੁਝ ਰੂਪਕ ਅਲੰਕਾਰ ਹੀ ਵਰਤੇ ਜਾਂਦੇ ਹੁੰਦੇ ਨੇ, ਪਰ ਗੱਲ ਸਾਡੀ ਤੁਹਾਡੀ ਹੁੰਦੀ ਹੈ। ਹੁਣ ਇੱਥੇ ਨਾ ਹੰਸ ਤੇ ਨਾ ਬਗਲਾ ਇੱਕ ਦੂਜੇ ਦੀ ਰੀਸ ਕਰਦੇ ਨੇ। ਉਹ ਤੇ ਇੱਕ ਪਕਸ਼ੀ ਨੇ, ਆਪਣੇ ਆਪਣੇ ਢੰਗ ਦਾ ਜੀਵਨ ਜੀ ਰਹੇ ਨੇ। ਅਸੀਂ ਤੁਸੀਂ ਹਾਂ ਜੋ ਇੱਕ ਦੂਜੇ ਦੀ ਨਕਲ ਕਰਦੇ ਆ। ਇਹ ਸਾਰਾ ਕੁਝ ਸਾਡੇ ਲਈ ਹੈ। ਅਤੇ ਮਹਾਰਾਜ ਨੇ ਅੱਜ ਆਪਣਿਆਂ ਬਾਰੇ, ਜੋ ਸਾਡੇ ਆਲੇ ਦੁਆਲੇ ਬਹੁਤ ਕੁਝ ਐਸਾ ਤਾਣਾ ਬਾਣਾ ਬਣਿਆ ਹੋਇਆ, ਉਹਦਾ ਜ਼ਿਕਰ ਕੀਤਾ ਬਿਨਾਂ ਕਿਸੇ ਦਾ ਨਾਂ ਲਿਆ। ਹੁਣ ਕਿਹਨੂੰ ਸਮਝ ਆਏਗੀ, ਕਿਤਨੀ ਆਏਗੀ, ਕਿੱਥੋਂ ਤੱਕ ਆਏਗੀ, ਸਾਡੀ ਆਪੋ ਆਪਣੀ ਹੈ। ਉਦਾਹਰਣ ਦੇ ਵਿੱਚੋਂ ਇਹ ਮਹਾਵਚਨ ਅਸੀਂ ਜੋ ਪੜ੍ਹਦੇ ਹਾਂ, ਸਤਿਗੁਰੂ ਪਾਤਸ਼ਾਹ ਨੇ ਸਾਡੇ ਨਾਲ ਸਾਂਝੇ ਕੀਤੇ ਨੇ। ਇਹ ਵਡਹੰਸ ਕੀ ਵਾਰ ਹੈ, ਮਹੱਲਾ ਚੌਥਾ ਤੋਂ ਭਾਵ ਹੈ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ। ਅਤੇ ਵਾਰ ਦਾ ਮੁੱਢਲਾ ਸਰੂਪ ਪੌੜੀਆਂ ਹੁੰਦਾ ਸੀ। ਅੱਜ ਜੋ ਮਹੱਲਾ ਚੌਥਾ ਹੈ ਨਾ, ਜਿੰਨੀਆਂ ਪੌੜੀਆਂ ਇਹ ਮਹੱਲੇ ਚੌਥੇ ਕੀਆਂ ਨੇ। ਜਦੋਂ ਪਾਵਨ ਬਾਣੀ ਨੂੰ ਸੰਪਾਦਿਤ ਕੀਤਾ ਪੰਚਮ ਪਾਤਸ਼ਾਹ ਸਾਹਿਬ ਜੀ ਨੇ, ਅਤੇ ਪੌੜੀਆਂ ਦੇ ਭਾਵਾਂ ਨੂੰ ਖੁੱਲ੍ਹਦਿਆਂ ਹੋਇਆਂ ਕੁਝ ਨਾਲ ਸ਼ਲੋਕ ਦਰਜ ਕੀਤੇ ਨੇ। ਸ਼ਲੋਕਾਂ ਦੇ ਨਾਲ ਨਾਲ ਕੁਝ ਵਾਰਾਂ 'ਤੇ ਮਹਾਰਾਜ ਨੇ ਕੁਝ ਕੀਰਤਨੀਆਂ ਵਾਸਤੇ ਗਾਉਣ ਦੀ ਵਿਧਾਨ ਨਿਯਮਿਤ ਕੀਤਾ ਹੈ। ਜਿਵੇਂ ਇਸ 'ਤੇ ਇੱਕ ਸੰਪਾਦਕੀ ਟਿੱਪਣੀ ਹੈ, ਲਲਾਂ ਬਹਿਲੀਮਾ ਕੀ ਧੁਨ ਗਾਵਣੀ। ਭਾਈ ਜਿਹੜੇ ਇਸ ਵਾਰਾਂ ਨੂੰ ਗਾਉਣਾ ਚਾਹੁੰਦੇ ਨੇ, ਪੌੜੀਆਂ ਦੇ ਰੂਪ 'ਚ ਗਾਉਂਦੇ ਨੇ, ਉਹ ਲਲਾਂ ਬਹਿਲੀਮਾ ਇੱਕ ਪੁਰਾਣੇ ਵਕਤ ਦੇ ਸਰਦਾਰ ਹੋਏ ਨੇ। ਆਂਢੀ ਗੁਆਂਢੀ ਸਨ, ਰਿਸ਼ਤੇਦਾਰੀਆਂ 'ਚੋਂ ਸ਼ਰੀਕੇ 'ਚੋਂ ਭਰਾ ਸਨ। ਕਾਂਗੜ ਇਲਾਕਾ ਮੰਨਿਆ ਜਾਂਦਾ ਉਹਨਾਂ ਦਾ। ਕਹਿੰਦੇ ਨੇ ਇੱਕ ਵਾਰ ਮੀਂਹ ਨਾ ਪਿਆ, ਔੜ ਲੱਗ ਗਈ, ਅਤੇ ਸੁਭਾਵਿਕ ਹੀ ਖੇਤੀਆਂ ਸੁੱਕਣ ਲੱਗੀਆਂ। ਬਹਿਲੀਮਾ ਦੀ ਜ਼ਮੀਨ ਦੇ ਵਿੱਚੋਂ ਦੀ ਕੋਈ ਪਹਾੜੀ ਨਾਲੇ ਵਗਦੇ ਸਨ। ਉਹਨੇ ਤਾਂ ਆਪਣੇ ਪਹਾੜੀ ਨਾਲਿਆਂ ਦੇ ਸਦਕੇ ਆਪਣੀ ਖੇਤੀਆਂ ਨੂੰ ਸਿੰਜਣਾ ਸ਼ੁਰੂ ਕਰਤਾ। ਲਲਾਂ ਦੇ ਖੇਤਾਂ 'ਚ ਕੋਈ ਐਸਾ ਪਾਣੀ ਦਾ ਸਾਧਨ ਨਹੀਂ ਸੀ। ਲਲਾ ਨੇ ਬਹਿਲੀਮਾ ਨੂੰ ਕਿਹਾ, ਭਾਈ ਤੂੰ ਆਪਣੇ ਖੇਤਾਂ 'ਚ ਜੋ ਚੋ ਵਗਦੇ ਨੇ, ਜੋ ਪਾਣੀ ਨੇ, ਜੋ ਪੁਰਾਣੀ ਭਾਸ਼ਾ 'ਚ ਕੂਲਾਂ ਕਹਿੰਦੇ ਨੇ, ਪਹਾੜਾਂ 'ਚੋਂ ਨਿਕਲਦੀਆਂ ਨੇ, ਮੈਨੂੰ ਪਾਣੀ ਦਾ ਪ੍ਰਬੰਧ ਕਰਾ ਦੇ। ਬਹਿਲੀਮਾ ਨੇ ਕਿਹਾ ਵੀ ਠੀਕ ਹੈ, ਮੇਰੇ ਖੇਤਾਂ 'ਚੋਂ ਹੋ ਕੇ ਜਾਏਗਾ, ਕੁਝ ਮੇਰੀ ਖੇਤੀ ਦਾ ਨੁਕਸਾਨ ਵੀ ਹੋਏਗਾ ਆਡਾਦਿਕ ਬਣਾਉਣ ਦੇ ਵਿੱਚ, ਅਤੇ ਤੂੰ ਆਪਣੀ ਫਸਲ ਤੋਂ 6ਵਾਂ ਹਿੱਸਾ ਮੈਨੂੰ ਦੇ ਦੇਈਂ ਅਤੇ ਪਾਣੀ ਲੈ ਲਾ। ਉਹਨਾਂ ਇੰਤਜ਼ਾਮ ਕੀਤਾ, ਖਾਲ ਖੂਹ ਬਣਾ ਕੇ ਜੋ ਉਸ ਵਕਤ ਪ੍ਰਬੰਧ ਹੋ ਸਕਦਾ ਸੀ ਪ੍ਰਬੰਧ ਕਰਵਾ ਦਿੱਤਾ। ਫਸਲ ਪੱਕ ਗਈ, ਫਸਲ ਚੰਗੀ ਹੋ ਗਈ, ਪਰ ਲਲਾਂ ਬੇਈਮਾਨ ਹੋ ਗਿਆ। ਉਸਨੇ ਜੋ ਵਾਅਦੇ ਮੁਤਾਬਕ ਜੋ ਲਗਾਨ ਦੇਣਾ ਸੀ 6ਵਾਂ ਹਿੱਸਾ, ਉਹ ਦੇਣ ਤੋਂ ਮੁੱਕਰ ਗਿਆ। ਨਤੀਜਨ ਦੋਵਾਂ ਦੀ ਲੜਾਈ ਹੋਈ। ਉਸ ਲੜਾਈ ਵਿੱਚ ਲਲਾਂ ਬੇਈਮਾਨ ਹਾਰ ਗਿਆ, ਬਹਿਲੀਮਾ ਜਿੱਤਿਆ। ਉਹਨੇ ਫੜ ਲਿਆ, ਈਨ ਮਨਾਈ, ਆਪਣਾ 6ਵਾਂ ਹਿੱਸਾ ਲਿਆ। ਫਿਰ ਪੰਚਾਇਤ ਹੋਈ, ਫਿਰ ਫੈਸਲਾ ਹੋ ਗਿਆ, ਅਤੇ ਬਹਿਲੀਮਾ ਨੇ ਵਡੱਪਣ ਕਰਦਿਆਂ ਹੋਇਆਂ ਵੱਡੇ ਹੋਣ ਦਾ ਫਰਜ਼ ਕਰਕੇ ਫਿਰ ਮਾਫ਼ ਕਰਤਾ ਵੀ ਕੋਈ ਗੱਲ ਨਹੀਂ, ਜਾ ਆਪਣੀ ਖੇਤੀ ਸੰਭਾਲ, ਆਪਣੇ ਕੰਮ ਕਰ, ਪਰ ਬੇਈਮਾਨੀ ਨਾ ਕਰਿਆ ਕਰ। ਉਹ ਇੱਕ ਮਸ਼ਹੂਰ ਗਾਥਾ ਪੁਰਾਣੇ ਵਕਤ ਦੀ ਰਹੀ। ਵਕਤ ਦੇ ਕਵੀਆਂ ਨੇ ਕਿੱਸੇ ਬਣਾਏ ਅਤੇ ਇਹਦਾ ਨਾਂ 'ਤੇ ਵਾਰਾਂ ਗਾਈਆਂ। ਪੁਰਾਣੇ ਪੰਜਾਬ 'ਚ ਇਹਨਾਂ ਦੀ ਵਾਰ ਗਾਈ ਜਾਂਦੀ ਸੀ। ਪੰਚਮ ਪਾਤਸ਼ਾਹ ਸਾਹਿਬ ਜੀ ਨੇ ਕੀਰਤਨੀਆਂ ਨੂੰ ਤੇ ਖਾਸ ਕਰਕੇ ਜਦੋਂ ਗਾਉਣਾ ਹੋਵੇ ਉਦੋਂ ਤਾਕੀਦ ਕੀਤੀ ਕਿ ਭਾਈ ਕਦੇ ਕਦੇ ਆਪਾਂ ਦੇਖਦੇ ਨਾ ਕਿਹੜੇ ਰਾਗ ਲਏ ਤਾਲ ਵਿੱਚ ਕਿੱਦਾਂ ਗਾਇਆ ਜਾਏ, ਕਿਉਂਕਿ ਵਾਰਾਂ ਰਾਗ ਮੁਕਤ ਹੁੰਦੀਆਂ ਨੇ। ਇਸ ਕਰਕੇ ਇਹਨਾਂ ਨੂੰ ਤਰਜ਼ਾਂ 'ਤੇ ਲੋਕ ਗਾਉਂਦੇ ਨੇ, ਅਤੇ ਉਹ ਤਰਜ਼ ਗਾਉਣਾ ਜੋ ਲਲਾਂ ਬਹਿਲੀਮਾ ਕੀ ਵਾਰ ਦੇ ਵਿੱਚ ਹੈ, ਇਹ ਕੀਰਤਨੀਆਂ ਵਿੱਚ ਵਾਸਤੇ ਆ। ਹਾਲਾਂਕਿ ਅੱਜ ਇੱਥੇ ਕੋਈ ਗਾਉਂਦਾ ਨਹੀਂ, ਕਿਉਂਕਿ ਬਹੁਤਿਆਂ ਨੂੰ ਪਤਾ ਹੀ ਨਹੀਂ ਕੀਰਤਨ ਕਿ ਲਲਾਂ ਬਹਿਲੀਮਾ ਕਿੱਥੋਂ ਹੋਏ, ਕੀ ਹੋਏ, ਉਹਨਾਂ ਦੀ ਰਾਗ ਲਏ ਤਾਲ ਕੀ ਹੈ। ਪਰ ਚੂੰਕਿ ਸਾਡੇ ਲਈ ਨਹੀਂ ਹੈ, ਅਸੀਂ ਗਾਇਕੀ ਵਿੱਚ ਨਹੀਂ ਹੈ ਨਾ, ਅਸੀਂ ਵਿਚਾਰ ਖੇਤਰ ਵਿੱਚ ਹਾਂ, ਪਰ ਫਿਰ ਵੀ ਲਲਾਂ ਬਹਿਲੀਮਾ ਕਾ ਨਾਮ ਮਹਾਰਾਜ ਨੇ ਵਰਤਿਆ ਹੈ। ਅਤੇ ਸਾਡੇ ਵਾਸਤੇ ਇੱਕ ਗੱਲ ਬਣਦੀ ਹੈ ਕਿ ਜੇ ਤੁਸੀਂ ਵਾਅਦਾ ਕਰਕੇ ਕਿਸੇ ਨਾਲ ਕੋਈ ਕੰਮ ਲੈਂਦੇ ਹੋ, ਅਤੇ ਆਪਣੇ ਕੀਤੇ ਹੋਏ ਵਾਅਦੇ ਤੋਂ ਪੂਰਾ ਕਰੋ।
ਸਾਡੇ ਵਾਸਤੇ ਲਲਾਂ ਬਹਿਲੀਮਾਂ ਦਾ ਇਹ ਮਤਲਬ ਹੈ ਕਿ ਪਹਿਲਾਂ ਤਾਂ ਕਿਸੇ ਤੋਂ ਜੇ ਵਾਅਦਾ ਕਰਕੇ ਸੰਕਲਪ ਲੈ ਕੇ ਕੋਈ ਕੰਮ ਕਰਦੇ ਹੋ, ਉਧਾਰ ਨਗਦ ਲੈਂਦੇ ਹੋ, ਅਤੇ ਆਪਣੇ ਕੀਤੇ ਹੋਏ ਵਾਅਦੇ ਦੇ ਮੁਤਾਬਕ ਸਮੇਂ ਮੁਤਾਬਕ ਉਸ ਨੂੰ ਉਹ ਚੀਜ਼ ਉਹਦੀ ਮੋੜ ਦਿਓ। ਇਹੀ ਇਮਾਨਦਾਰੀ, ਦਿਆਨਤਦਾਰੀ, ਚੰਗੇ ਮਨੁੱਖ ਦੀ ਪਹਿਚਾਣ ਹੈ ਕਿ ਜਿਸ ਤਰ੍ਹਾਂ ਅਦਬ ਦੇ ਨਾਲ ਕੋਈ ਚੀਜ਼ ਲਈ ਜਾਏ, ਉਸੇ ਤਰ੍ਹਾਂ ਅਦਬ ਦੇ ਨਾਲ ਬਲਕਿ ਜ਼ਿਆਦਾ ਸਤਿਕਾਰ ਕਰਕੇ ਉਹ ਚੀਜ਼ ਉਸ ਨੂੰ ਵਾਪਸ ਕੀਤੀ ਜਾਏ, ਕਿਉਂਕਿ ਉਸਨੇ ਤੇਰਾ ਔਖੇ ਸਮੇਂ 'ਤੇ ਡੰਗ ਟਪਾਇਆ। ਇਹ ਗੱਲ ਸਾਡੇ ਜ਼ਿਹਨ 'ਚ ਟਿਕੀ ਰਹੇ ਔਰ ਇਹ ਰੋਜ਼ਮर्रा ਦੀ ਜ਼ਿੰਦਗੀ ਦੀ ਕਹਾਣੀ ਹੈ। ਮਹਾਰਾਜ ਨੇ ਇਹਨੂੰ ਆਧਾਰ ਲਿਆ, ਵਿਚਾਰ ਖੇਤਰ ਦਾ ਨੁਕਤਾ ਹੈ। ਪਾਤਸ਼ਾਹ ਸਾਹਿਬ ਜੀ ਸਰਨ ਸਾਂਝਾਂ ਪਾਉਂਦੇ ਨੇ, ਇੱਕ ਓੰਕਾਰ ਸਤ। ਭਾਈ ਕਿਸੇ ਵੀ ਗੱਲ ਦੀ ਆਰੰਭ ਕਰਨ ਲੱਗੇ ਅਰਦਾਸ ਕਰਿਆ ਕਰੀਏ, ਇੱਕ ਓੰਕਾਰ ਹੀ ਸਤ ਹੈ। ਇਹ ਵਾਹਿਗੁਰੂ ਤੁਸੀਂ ਹੀ ਸਤ ਹੋ ਅਤੇ ਤੁਸੀਂ ਹੀ ਸਾਰੇ ਸੰਸਾਰ ਦੀ ਰਚਨਾ ਰਚਦੇ ਹੋ, ਔਰ ਤੁਹਾਡੇ ਦਰਸ਼ਨ, ਤੁਹਾਡੀ ਪ੍ਰਾਪਤੀ ਗੁਰੂ ਦੀ ਕਿਰਪਾ ਦੇ ਸਦਕੇ ਹੀ ਹੁੰਦੀ ਹੈ। ਇੱਕ ਓੰਕਾਰ ਸਤ ਹੈ ਅਤੇ ਇੱਕ ਓੰਕਾਰ ਜੀ ਦੀ ਜੋ ਪ੍ਰਾਪਤੀ ਹੈ, ਜੋ ਬਖਸ਼ਿਸ਼ਾਂ ਦਾ ਪ੍ਰਾਪਤ ਹੋਣਾ ਹੈ, ਉਹ ਗੁਰਪ੍ਰਸਾਦ ਕਰਕੇ ਵਰਤਦਾ ਹੈ, ਕਿਉਂਕਿ ਗੁਰਪ੍ਰਸਾਦ ਤੋਂ ਬਿਨਾਂ ਕਿਸੇ ਨੂੰ ਅੱਜ ਤੱਕ ਕੁਝ ਮਿਲਿਆ ਨਹੀਂ। ਇਸ ਕਰਕੇ ਦਾ ਭਾਵ ਹੈ ਇੱਕ ਓੰਕਾਰ ਸਤ ਗੁਰਪ੍ਰਸਾਦ, ਇੱਕ ਓੰਕਾਰ ਸਤ ਹੈ ਗੁਰੂ ਦੀ ਕਿਰਪਾ ਦੇ ਨਾਲ ਹੀ ਪ੍ਰਾਪਤ ਹੁੰਦਾ ਹੈ। ਅਸੀਂ ਇੱਕ ਓੰਕਾਰ ਨੂੰ ਹੀ ਪ੍ਰਾਪਤ ਕਰਨੀ ਇੱਥੇ ਬੈਠਦੇ ਹਾਂ। ਸਿਆਣੇ ਵੀ ਮੰਨਦੇ ਨੇ ਕਿ ਸਾਰੀਆਂ ਜੋ ਵਾਰਾਂ ਨੇ ਨਾ, ਇਹਨਾਂ ਦਾ ਜੋ ਵਿਚਾਰ ਦਾ ਨੁਕਤਾ ਹੈ, ਜੇ ਕਿਤੇ ਹੌਲੀ ਹੌਲੀ ਸਾਡੀ ਗਹਿਨ ਚੇਤਨਾ 'ਚ ਟਿਕ ਜਾਏ, ਅਤੇ ਪੌੜੀਆਂ ਦੀ ਆਖਰੀ ਤੁਕ ਵਿੱਚ ਜੋ ਮੁੱਖ ਗੱਲ ਮਹਾਰਾਜ ਨੇ ਕਹਿਣੀ ਹੁੰਦੀ ਉਹ ਹੈ। ਅਤੇ ਅੱਜ ਚੂੰਕਿ ਪਹਿਲੀ ਪੌੜੀ ਹੈ, ਅਤੇ ਪਹਿਲੀ ਪੌੜੀ ਦੀ ਆਖਰੀ ਤੁਕ ਹੈ, ਸਭ ਆਖੋ ਸਤਿਗੁਰ ਵਾਹ ਵਾਹ, ਜਿਨ ਦਾਨ ਹਰ ਨਾਮ ਮੁਖ ਦੀਆ। ਇੱਕ ਓੰਕਾਰ ਸਤ ਹੈ, ਗੁਰੂ ਦੀ ਕਿਰਪਾ ਨਾਲ ਮਿਲਦੇ ਨੇ। ਇਸ ਕਰਕੇ ਸਾਰੇ ਵਾਹ ਵਾਹ ਕਿਹਦੀ ਕਰੀਏ? ਸਤਿਗੁਰੂ ਦੀ ਵਾਹ ਵਾਹ ਕਰੀਏ, ਕਿਉਂਕਿ ਸਤਿਗੁਰੂ ਨੇ ਹੀ ਸਾਨੂੰ ਇਹ ਦਾਨ ਦਿੱਤਾ ਹੈ ਕਿ ਭਾਈ ਕਰਤਾ ਪੁਰਖ ਦਾ ਨਾਮ ਜਪ। ਸਾਨੂੰ ਗੁਰੂ ਨੇ ਹੀ ਦੱਸਿਆ ਕਿ ਤੂੰ ਭਾਈ ਮਨੁੱਖ ਹੈ, ਮਨੁੱਖਾਂ ਵਾਲੇ ਕਰਮ ਕਰਿਆ ਕਰ। ਸਾਨੂੰ ਗੁਰੂ ਹੀ ਕਹਿੰਦੇ ਨੇ ਕਿ ਭਾਈ ਤੂੰ ਆਪਣੇ ਕਰਤਾ ਪੁਰਖ ਦੇ ਨਾਮ ਨੂੰ ਜਪ, ਜਿਨ੍ਹਾਂ ਨੇ ਦਾਨ ਵਜੋਂ ਦਿੱਤਾ ਇਹ ਨਾਮ। ਇਸ ਨਾਮ ਦਾ ਕੋਈ ਲੇਖਾ ਹਿਸਾਬ ਨਹੀਂ ਲੈਂਦੇ, ਇਹ ਦਾਨ ਹੈ ਸਾਡੇ ਲਈ। ਅੱਜ ਵੀ ਅਸੀਂ ਮੰਗਦੇ ਹਾਂ, ਸੱਚੇ ਪਾਤਸ਼ਾਹ ਆਪਣੇ ਗੁਰਸਿੱਖਾਂ ਨੂੰ ਦਾਨ ਦਿਓ ਨਾ, ਜਿੱਥੇ ਤੁਸੀਂ ਭਗਤੀ ਦਾਨ, ਵਿਸਾਹ ਦਾਨ, ਭਰੋਸਾ ਦਾਨ, ਵਿਵੇਕ ਦਾਨ, ਗੁਰਮਤਿ ਦਾਨ ਦਿੰਦੇ ਹੋ, ਉੱਥੇ ਕਿਰਪਾ ਕਰੋ ਸਭ ਤੋਂ ਸ਼੍ਰੇਸ਼ਠ ਦਾਨ ਜੋ ਨਾਮ ਦਾ ਦਾਨ ਹੈ ਨਾ, ਉਹ ਜ਼ਰੂਰ ਆਪਣੇ ਸਿੱਖ ਦੀ ਝੋਲੀ 'ਚ ਪਾ ਦਿਓ। ਅਤੇ ਅੱਜ ਹੁਕਮ ਹੈ, ਸਭ ਆਖੋ ਸਤਿਗੁਰੂ ਵਾਹ ਵਾਹ। ਪਿਆਰਿਓ, ਸਾਰੇ ਆਪਣੇ ਸਤਿਗੁਰੂ ਦੀ ਵਾਹ ਵਾਹ ਕਰਿਆ ਕਰੋ। ਆ ਪਿਆਰੇ ਬੜਾ ਸੋਹਣਾ ਕਦੇ ਕਦੇ ਤਰੀਕਾ ਵਰਤਦੇ ਹੁੰਦੇ ਸੀ। ਅਸੀਂ ਵਾਹਿਗੁਰੂ ਵਾਹਿਗੁਰੂ ਕਹਿੰਦੇ ਹਾਂ ਨਾ, ਅਤੇ ਜਦੋਂ ਕਿਤੇ ਆਸ਼ਚਰਜ ਹੋਵੇ, ਕੌਤਕ ਦੇਖੀ ਕਰਤੇ ਦੀ ਰਹਿਮਤ ਦਾ, ਕਿਤੇ ਉਹਦਾ ਪਿਆਰ ਵਰਤਦਾ ਦੇਖੀ, ਅਤੇ ਸੁੱਤੇ ਸਿੱਧੇ ਮੂੰਹੋਂ ਵਾਹ ਵਾਹ ਨਿਕਲੇਗਾ ਨਾ। ਕਿਉਂਕਿ ਜਦੋਂ ਉਸ ਮੁੱਖੋਂ ਵਾਹ ਵਾਹ ਨਿਕਲੇ ਅਤੇ ਫਿਰ ਪੁੱਛਣਾ ਵਾਹ ਵਾਹ ਕਿਹਦੀ ਕਰਦੇ ਹੋ? ਅਤੇ ਜੇ ਕੋਈ ਪੁੱਛੇ ਕਿਹਦੀ ਵਾਹ ਵਾਹ, ਤਾਂ ਕਹਿਣਗੇ ਗੁਰੂ ਕੀ ਵਾਹ, ਕਹੀਏ ਗੁਰੂ ਤੇਰੀ ਵਾਹ ਵਾਹ ਕਰਦੇ ਹਾਂ। ਤੂੰ ਵਾਹ ਵਾਹ ਆਪ ਅੱਖਾਂ ਆਇੰਦਾ ਹੈ, ਅਤੇ ਵਾਹ ਗੁਰੂ ਦੀ ਹੈ। ਇਸ ਕਰਕੇ ਹੀ ਬਾਰ ਬਾਰ ਵਾਹ ਗੁਰੂ ਵਾਹ ਗੁਰੂ ਮਿਲਦਾ। ਗੁਰਦੇਵ ਕਿਰਪਾ ਕਰਨ ਅਸੀਂ ਕਿਸੇ ਵੀ ਢੰਗ ਨਾਲ ਗੱਲ ਸਮਝ ਸਕੀਏ। ਅਸਾਂ ਆਪਣੇ ਗੁਰੂ ਦੀ ਵਡਿਆਈ ਕਰਨੀ ਹੈ, ਗੁਰੂ ਦੀ ਸਿਫਤ ਕਰਨੀ ਹੈ, ਕਿਉਂਕਿ ਗੁਰੂ ਹੀ ਹੈ ਜੋ ਇੱਕ ਨਿਰੰਕਾਰ ਦੇ ਬਾਰੇ ਸਮਤ ਦ੍ਰਿੜ ਕਰਾਉਂਦੇ ਨੇ, ਇੱਕ ਓੰਕਾਰ ਦੇ ਬਾਰੇ ਸਮਝਾ ਦਿੰਦੇ ਨੇ, ਅਤੇ ਅਸੀਂ ਵਾਹ ਵਾਹ ਗੁਰੂ ਦੀ ਕਰੀਏ। ਹੁਣ ਕਹਿਣ ਲੱਗੇ ਗੁਰੂ ਦੇ ਸਰੂਪ ਤੱਕ ਪਹੁੰਚਣ ਵਾਸਤੇ ਸਾਨੂੰ ਸਭ ਤੋਂ ਵੱਡੀ ਮੁਸ਼ਕਿਲ ਕਿਹੜੀ ਆਉਂਦੀ ਸਾਡੇ ਸਧਾਰਨ ਜੀਆਂ ਨੂੰ? ਅਤੇ ਉਹ ਹੈ ਗੁਰੂ ਦੀ ਨਕਲ ਵਿੱਚ, ਗੁਰੂ ਅਤੇ ਸਿੱਖ ਦੇ ਰਸਤੇ ਦੇ ਵਿਚਕਾਰ ਕੁਝ ਬੈਠੇ ਹੋਏ ਨਕਲੀ ਲੋਕ, ਜੋ ਸੰਸਾਰ ਦੀ ਮਾਇਆ ਦੇ ਕਰਕੇ ਨੇ, ਲੋਭ ਲਾਲਚਾਂ ਦੇ ਕਰਕੇ ਨੇ, ਅਤੇ ਮਨੁੱਖ ਉਹ ਸਸਤਾ ਖਰੀਦਣ ਦੇ ਚਾਕਰ 'ਚ ਪੈ ਜਾਂਦਾ ਹੈ। ਅੱਜ ਇਹੀ ਗੱਲ ਕੀਤੀ ਕਿ ਮਾਨੋ ਮਹਾਰਾਜ ਨੇ ਦੋ ਉਦਾਹਰਣ ਵਰਤੇ ਨੇ, ਵਡਹੰਸ ਅਤੇ ਬਗੁਲਾ। ਹੰਸ ਆਮ ਤੌਰ 'ਤੇ ਅਸੀਂ ਕਹਿੰਦੇ ਕਿ ਬੜਾ ਪਵਿੱਤਰ ਪਕਸ਼ੀ ਹੈ, ਅਤੇ ਮਹਾਰਾਜ ਨੇ ਹੰਸ ਦੇ ਨਾਲ ਸ਼ਬਦ ਵੱਡਾ ਕੀਤੇ, ਵੱਡ ਹੰਸ, ਵੱਡਾ ਹੰਸ।
ਮਨੁੱਖਾਂ ਵਿੱਚੋਂ ਵਡਹੰਸ ਕੌਣ ਹੈ? ਮਨੁੱਖਾਂ ਦੇ ਵਿੱਚੋਂ ਵਡਹੰਸ ਹੈ ਜੋ ਸ਼੍ਰੇਸ਼ਟ ਪੰਚ ਜਨ ਹੈ। ਵਡਹੰਸ ਕਹੀਏ ਜਿਹਨੂੰ ਅਸੀਂ ਕਦੇ ਕਦੇ ਗੁਰ ਸੰਤ ਕਹਿੰਦੇ ਆ ਪੜ੍ਹਦੇ ਨਾ, ਭਾਗ ਹੋਆ ਗੁਰ ਸੰਤ ਮਿਲਾਇਆ, ਉਹ ਗੁਰ ਸੰਤ ਹੀ ਵਡਹੰਸ ਹੈ। ਹੁਣ ਅਸੀਂ ਪਹਿਚਾਨ ਕਿੱਦਾਂ ਕਰੀਏ ਕਿ ਇਹ ਵਡਹੰਸ ਹੈ? ਇਹਦੇ ਅੰਦਰ ਗੁਰੂ ਕੀ ਕਲਾ ਵਰਤ ਰਹੀ ਹੈ, ਇਹ ਬਹੁਤ ਸ਼੍ਰੇਸ਼ਟ ਹੈ, ਬਹੁਤ ਉੱਤਮ ਹੈ। ਦੁਨਿਆਵੀ ਪਹਿਚਾਨ ਕੀ ਹੈ? ਮਹਾਰਾਜ ਕਹਿੰਦੇ ਕਿ ਦੁਨਿਆਵੀ ਪਹਿਚਾਨ ਇਹ ਹੈ ਕਿ ਉਹਦੇ ਅੰਦਰ ਗੁਰੂ ਕੀ ਸ਼ਬਦ ਕਲਾ ਵਰਤ ਰਹੀ ਹੋਵੇਗੀ ਅਤੇ ਆਪਣੇ ਗੁਰੂ ਦੇ ਅਦਬ ਭੈ ਵਿੱਚ ਟਿਕਿਆ ਹੋਇਆ ਹੋਵੇਗਾ। ਅਤੇ ਦੂਜੇ ਪਾਸੇ ਨਕਲੀਆਂ ਦੀ ਪਹਿਚਾਨ ਕੀ ਹੈ? ਉਹ ਦਿਖਾਵਾ ਕਰਨਗੇ, ਉਹ ਕਹਿਣਗੇ ਸਾਡੇ ਕੋਲ ਆ ਜਾਓ, ਕਹਿਣਗੇ ਸਾਡੇ ਮਗਰ ਆ ਜਾਓ। ਅੱਜ ਕਹਿੰਦੇ ਸ਼ਬਦ ਰਤੇ ਵਡਹੰਸ ਹੈ। ਵਡਹੰਸ ਦੀ ਪਹਿਚਾਨ ਸ਼ਬਦ ਨਾਲ ਜੁੜੇ ਹੋਣ ਕਰਕੇ ਹੈ। ਜਿਵੇਂ ਦੁਨਿਆਵੀ ਪਕਸ਼ੀਆਂ ਦੇ ਵਿੱਚੋਂ ਹੰਸ ਦੀ ਪਹਿਚਾਨ ਚਿੱਟੇ ਰੰਗ ਕਰਕੇ ਨਹੀਂ ਹੈ, ਚਿੱਟੇ ਰੰਗ ਦਾ ਤੇ ਬਗਲਾ ਵੀ ਹੁੰਦਾ ਹੈ। ਹੰਸ ਦੀ ਪਹਿਚਾਨ ਹੈ, ਸਾਨੂੰ ਸਿਆਣੇ ਦੱਸਿਆ ਕਿ ਉਹ ਦੁੱਧ ਅਤੇ ਪਾਣੀ ਵੱਖਰਾ ਕਰ ਲੈਂਦਾ ਹੈ। ਇਹ ਉਹਦੀ ਪਹਿਚਾਨ ਹੈ ਕਿ ਜੇ ਉਹਦੇ ਸਾਹਮਣੇ ਦੁੱਧ ਮਿਲਿਆ ਹੋਇਆ ਆਵੇ ਤੇ ਉਹਦੀ ਚੁੰਝ ਵਿੱਚ ਕੁਦਰਤ ਨੇ ਤਾਸੀਰ ਪਾਈ ਹੈ ਕਿ ਉਹ ਦੁੱਧ ਪਾਣੀ ਦੇ ਵਿੱਚ ਆਪਣੀ ਚੁੰਝ ਪਾਉਂਦਾ ਹੈ ਨਾ, ਅਤੇ ਪਲਾਂ ਦੇ ਵਿੱਚ ਹੀ ਦੁੱਧ ਫਟ ਜਾਂਦਾ ਹੈ। ਦੁੱਧ ਫਟ ਜਾਂਦਾ ਹੈ ਅਤੇ ਹੰਸ ਫਿਰ ਕੁਝ ਪਲ ਇੰਤਜ਼ਾਰ ਕਰਦਾ ਹੈ ਅਤੇ ਜੋ ਫੁੱਟੀਆਂ ਨੇ ਚੁਗ ਲੈਂਦਾ ਹੈ, ਪਾਣੀ ਰਹਿ ਜਾਂਦਾ ਹੈ। ਇੰਝ ਉਹ ਦੁੱਧੋਂ ਪਾਣੀ ਵੱਖਰਾ ਕਰ ਲੈਂਦਾ ਹੈ। ਇਸੇ ਕਰਕੇ ਉਹਦੀ ਪਹਿਚਾਨ ਹੈ। ਅਤੇ ਆਮ ਜੀ ਐਸਾ ਨਹੀਂ ਕਰ ਪਾਉਂਦੇ। ਕਿਸੇ ਕੋਲ ਵੀ ਐਸੀ ਤਾਸੀਰ ਨਹੀਂ ਹੈ ਜੋ ਦੁੱਧ ਵਿੱਚ ਚੁੰਝ ਪਾਉਂਦਿਆਂ ਹੀ ਦੁੱਧ ਪਾਣੀ ਵੱਖ ਹੋ ਜਾਏ ਅਤੇ ਉਹ ਵਿੱਚੋਂ ਦੁੱਧ ਚੁਗ ਲਏ। ਕਹਿੰਦੇ ਜੇ ਹੋਰ ਠੋਸ ਪਦਾਰਥ ਉਹਦੇ ਅੱਗੇ ਪਾ ਦਈਏ ਨਾ ਤਾਂ ਸਾਡੇ ਤੁਹਾਡੇ ਵਾਂਗ ਇੱਦਾਂ ਦੀਆਂ ਚੀਜ਼ਾਂ ਨਹੀਂ ਖਾਏਗਾ। ਉਹ ਹੰਸਾਂ ਮੋਤੀ ਚੁਗਣਾ, ਉਹ ਸੁੱਚੇ ਮੋਤੀ ਚੁਗਦਾ ਹੈ। ਇਹ ਪੁਰਾਣੇ ਬਜ਼ੁਰਗ ਗਾਥਾਵਾਂ ਸੁਣਾਉਂਦੇ ਸੀ ਕਿ ਹੰਸ ਦੀ ਖੁਰਾਕ ਸੁੱਚੇ ਮੋਤੀ ਹੁੰਦੀ ਹੈ। ਭਾਵ ਸੁੱਚਮਤਾ, ਚੰਗਾ ਪਦਾਰਥ, ਉੱਤਮ ਵਿਚਾਰ ਹੀ ਆਪਣੇ ਹੰਸ ਆਪਣੇ ਗੁਰੂ ਦੀ ਭੇਟ ਰੱਖੇ ਜਾ ਸਕਦੇ। ਸ਼ਬਦ ਰਤੇ ਅਤੇ ਸਭ ਤੋਂ ਉੱਤਮ ਕੀ ਹੈ? ਸ਼ਬਦ। ਵਿਚਾਰਾਂ ਤੋਂ ਸਭ ਤੋਂ ਉੱਤਮ ਵਿਚਾਰ ਅਸੀਂ ਕਹਾਂਗੇ ਗੁਰੂ ਕਾ ਹੈ। ਅਤੇ ਗੁਰੂ ਕਾ ਵਿਚਾਰ ਜੋ ਸਾਨੂੰ ਪ੍ਰਾਪਤ ਹੁੰਦਾ ਹੈ ਉਹ ਸ਼ਬਦ ਕਰਕੇ ਹੈ। ਇਸ ਕਰਕੇ ਜਿਹੜਾ ਸਭ ਤੋਂ ਉੱਤਮ ਵਿਚਾਰ ਨਾਲ ਜੁੜਿਆ ਹੈ ਅਤੇ ਸਭ ਤੋਂ ਉੱਤਮ ਵਿਚਾਰ ਗੁਰੂ ਸ਼ਬਦ ਹੈ, ਜੋ ਸ਼ਬਦ ਨਾਲ ਜੁੜਿਆ ਹੈ ਉਹੀ ਵਡਹੰਸ ਹੈ। ਹੁਣ ਆਪ ਜੀ ਸ਼ਬਦ ਨਾਲ ਜੁੜਿਓ, ਆਪ ਵਡਹੰਸ ਹੋ। ਸਤ ਸੰਗਤ ਵਿੱਚ ਬੈਠਾ ਹੋਇਆ ਸਤ ਸੰਗੀ ਵਡਹੰਸ ਹੁੰਦਾ ਹੈ। ਇੱਥੇ ਉਮਰਾਂ ਨਹੀਂ ਵੇਖੀਆਂ ਜਾਂਦੀਆਂ, ਇੱਥੇ ਲਿਬਾਸ ਨਹੀਂ ਵੇਖੇ ਜਾਂਦੇ, ਇੱਥੇ ਤਾਂ ਸੁਰਤਾਂ ਦੀ ਪਰਖ ਹੁੰਦੀ ਹੈ। ਅਤੇ ਗੁਰੂ ਕਿਰਪਾ ਕਰਨ ਜਦ ਅਸੀਂ ਸਤ ਸੰਗਤ ਵਿੱਚ ਆਈਏ, ਅਸੀਂ ਸੁਰਤਾਂ ਦੇ ਧਾਰਨੀ ਹੋ ਕੇ ਆਈਏ, ਸ਼ੁਰਤ ਦੇ ਧਾਰਨੀ ਹੋ ਕੇ ਆਈਏ। ਬਸ ਜਿਨ੍ਹਾਂ ਦੇ ਸੁਰਤ ਦੇ ਧਾਰਨਾ ਬਣ ਗਈ, ਸੁਣਨਾ ਹੈ, ਸੁਣ ਕੇ ਆਪਣੇ ਆਪ ਨੂੰ ਆਪਣੇ ਸਾਹਿਬ ਨਾਲ ਜੋੜ ਲੈਣਾ ਹੈ। ਉਹ ਵਡਹੰਸ ਹੋ ਗਏ। ਹੁਣ ਧਾਰਨ ਕੀ ਕੀਤਾ ਉਹਨਾਂ ਨੇ? ਸੱਚ ਨਾਮ ਉਰ ਧਾਰ। ਹਿਰਦੇ ਵਿੱਚ ਜੋ ਹੋਵੇਗਾ ਨਾ, ਅਸੀਂ ਜੁੜਾਂਗੇ ਉਸੇ ਦੇ ਨਾਲ ਹੀ। ਸਾਡੀ ਧਾਰਨਾ ਵੀ ਉਹੀ ਬਣੇਗੀ ਜੋ ਹਿਰਦੇ ਦੇ ਵਿੱਚ ਹੋਏਗਾ। ਅਤੇ ਹਿਰਦੇ ਵਿੱਚ ਗੁਰਮੁਖ ਨੇ ਕੀ ਵਸਾਇਆ? ਪਰਮੇਸ਼ਰ ਦਾ ਨਾਮ, ਕਿਉਂਕਿ ਗੁਰੂ ਨੇ ਦਿੱਤਾ ਹੈ। ਕਹਿੰਦੇ ਨਾ ਕਰਮ ਕਰਤਾ ਪੁਰਖ ਨੇ ਹਰ ਦਾਨ, ਜਿਨ ਦਾਨ ਹਰਿ ਨਾਮ। ਦਾਨ ਕੀ ਦਿੱਤਾ ਹੈ? ਹਰਿ ਨਾਮ। ਅਤੇ ਪ੍ਰਾਪਤ ਕਿਹਨਾਂ ਕੀਤਾ? ਗੁਰਮੁਖ ਜਨਾਂ ਨੇ। ਸਾਡੇ ਵਰਗੇ ਜੀਆਂ ਨੂੰ ਦਾਨ ਨਾਮ 'ਚ ਮਿਲਿਆ, ਪਰ ਅਸੀਂ ਸਾਂਭ ਨਹੀਂ ਪਾਏ। ਸਾਡੀ ਹਾਲਤ ਤੇ ਬਹੁਤੇ ਜੀਆਂ ਦੀ ਇਹ ਹੈ ਕਿ ਕਰਮ ਹੈ ਅੰਮ੍ਰਿਤ ਆਣ ਨਿਸਾਰਿਓ, ਖਿਸਰ ਗਇਓ ਭੂਮ ਪਰ ਡਾਰਿਓ। ਵੀ ਸਾਨੂੰ ਅੰਮ੍ਰਿਤ ਮਿਲਿਆ, ਅਸਾਂ ਬੁੱਕ 'ਚ ਪਾਇਆ, ਪਰ ਪੀਣ ਤੋਂ ਪਹਿਲਾਂ ਹੀ ਸਾਡੇ ਹੱਥ ਖਿਲਰ ਗਏ। ਸਾਡੇ ਹੱਥ 'ਚੋਂ ਬੁੱਕ ਪਿਆ ਹੋਇਆ ਅੰਮ੍ਰਿਤ ਛਿਟਕ ਗਿਆ, ਜਿਹਨੂੰ ਪੰਜਾਬੀ 'ਚ ਕਹਿੰਦੇ ਡੁੱਲ ਗਿਆ। ਹੁਣ ਬੜੇ ਯਤਨ ਕਰਾਂਗੇ, ਮੁੜ ਕੇ ਨਾ ਮਿਲਿਆ। ਇੱਕ ਵਾਰੀ ਭਾਗਾਂ ਨਾਲ ਕਿਸ ਨੂੰ ਮਿਲਦਾ ਹੈ, ਅਤੇ ਬਸ ਜੇ ਭਾਗਾਂ ਕਰਕੇ ਕਿਸੇ ਕਾਰਨ ਛੁੱਟ ਜਾਂਦੀ ਵਸਤੂ, ਉਹ ਦੁਬਾਰਾ ਨਹੀਂ ਪ੍ਰਾਪਤ ਹੁੰਦੀ। ਖਿਸਰ ਗਇਓ ਭੂਮ ਪਰ ਡਾਰਿਓ। ਜਿਵੇਂ ਚੂੜੀ 'ਚ ਜਲ ਇੱਕ ਵਾਰ ਜ਼ਮੀਨ 'ਤੇ ਡਿੱਗਦਾ ਹੈ
फिर पीता नहीं जा सकता, क्योंकि ज़मीन जब्त हो जाता है, ज़मीन दोज हो जाता है। बस जो चूली 'ਚ आ गया रह गया वो नहीं साडा है। मिलिया तो सानू भी सी, हुण भी असीं उहदी चाहत विच ही बैठे आ। उसका ही अंशात्मक रस साडे कोल है, तां ही असीं भजे उन्हें महाराज सानू भी दान दे दिओ नाम दा। गुरमुखां नूं प्राप्त हो गया तो गुरमुखां ने वो अमृत पीता तो चेता रखना, अमृत टिकदा कित्थे है? अमृत हिरदे विच टिकदा है। आ कदे कदे तर्क वाले कहंदे लै अमृत जे छकिया जांदा फिर तो भोजन वांग ही होया ना, जिवें असीं चूली भर के जल पी लिया, दुध पी लिया, होर वस्तुआं मिठ खा पी लेने आ, ये भी अमृत नाम है, इदे खा पी लेंदे हो गए। ठीक है भाई, कहण नूं असीं कहने अमृत हरनाम भोजन है ना, तो चेतना अमृत दा टिकाणा है वो हिरदा है। जिवें शुभ विचारां दा टिकाणा मनुख दा दिमाग हुंदा है, साडे दिमाग विच दुनिया भर दे विचार भरे पए ने ना, फुरने संकल्प चंगे भी ने मंदे भी ने। इसी तरह हिरदे विच बहुत कुछ होवेगा, चंगे ख्याल ते मंदे ख्याल होणगे, पर सच रना हिरदे दा जो अंदरूनी पक्ष हुंदा है वो केवल उत्थे अमृत टिकदा है। तो जदों उत्थे अमृत प्राप्त हो जाता है फिर वो हिरदा सरशार हो जाता है, फिर सदा लई तृप्त शांत हो जाता है, जिन्होंने कहते तृप्त पाई, तृप्ति आ जाती है। कहण लगे ना गुरमुख जाना ने हिरदे दे विच धारण कीता है वाहिगुरू जी दे नाम नूं। शब्द रते वडहंस है, सच नाम उर धार, वाहिगुरू जी दे सच्चे नाम नूं ही हिरदे दे विच धारण कीता है। ते हिरदे विच नाम नूं धारण करन दी बाहरली जुगत निशानी सानूं किदां पता लगे भी असीं नाम धारण कर रहे हैं, वाहिगुरू जी के नाम नूं हिरदे च वसा रहे हैं, साडे वास्ते कोई जुगत? कहण लगे हाँ भाई तुसीं भी कर लो। की करिए महाराज? कहण लगे जो गुरमुख करदे ने तुसीं भी कर लो। वो की करदे ने? सच संग्रह है, वो सच नूं एकत्रित करदे ने, सच नूं संचन करदे ने। जिवें असीं धन संग्रह करते हैं, जितनी किसी की कोशिश होंदी धन संग्रह करदा, धन संचन करदा, इस तरह कोशिश करिए सच भी संग्रह होवे, साडे हिरदे 'च सच भी टिके। सच संग्रह कित्थे होएगा? हुण धन ते दिस जांदा भाई, किसी नूं घट मिलिया, किसी नूं वध मिलिया, पर सच कित्थे संग्रह होएगा? कहण लगे सच संग्रह होएगा सत संगत विच आउण दे नाल। बड़ा प्यारा बचन है, सत संगति हर नाम धन खट्टिया। सतसंगत विच आके हरनाम धन की कमाई हुंदी है। होर थै होर तो पाए, हर धन किते ना पाई। बई होरना थावां ते होर किसी भी ठिकाने ते चले जाओगे तो सतसंगत संचन नहीं होवेगा। मान लो असीं किरत ते मुकाम ते बैठे वाहिगुरू वाहिगुरू जपदे हैं, उत्थे संचन नहीं कर पा रहे, क्योंकि नाल खर्च भी तो कर रहे हैं ना। असीं कार विहार करते हैं, अपने दुख सुख दी गल्लां करते हैं, उत्थे नालों नाल खर्च हो रहा है। इत्थे हुण साडी दुनिया नहीं चल रही, इत्थे सिर्फ अंदरूनी पक्ष चल रहा है। इत्थे संसार दे कार विहार ये ठीक है चलते होणगे, पर असीं इत्थे नहीं कुछ कर रहे, इत्थे केवल असीं संचन कर रहे हैं। कहण लगे सच संग्रह है, सच संग्रह कर लेंदे ने। फिर की करते हैं? सद सच रहें ते सदा सच ते फिर टिके रहिंदे ने, सदा सच दे विच समाए रहिंदे ने। हिरदे विच सच नूं याद करके रखना कि मैं हर वक्त सच ते पहरा देना है। कार विहार करदिआं, व्यापार करदिआं, किसी नाल बोल चाल करदिआं, कुछ लैण देण करदिआं, साडे जेहन च एक गल रहनी चाहिए है, देख मना बेईमानी ना करी, जानबुझ के किसी का नुकसान ना करी। गाहे बगाहे अचनचेत किसी का नुकसान हो जाए उहदे ते असीं दावा नहीं करते ना, पर देख जानबुझ के किसी का गल ना वड्ढ लई, जानबुझ के किसी नूं ठगी ना मारी। जो तेरे विहार मुताबिक है, जो तेरा शानदा बनता है, जो हिस्सा बनता है, जो तेरा व्यापार व्यवहार है, तू उसनूं ईमानदारी नाल निभा। सियाणे कहंदे तू अपनी ड्यूटी पूरी करी जा। सदा सच दे घर रहना, सद सच रहें, सदा सच दे विच रहिंदे ने। आ जिहड़े व्याकरण मुताबिक आ पाठ करके अर्थ लभदे हो, सच दे दो तीन रूप मिलते ना, किते सच नूं औंकड़ रहत होएगा, पर ज़्यादातर सच औंकड़ लगी हुंदी चच्चे नूं,
पर इत्थे ते चचे नूं सिहारी लगी हुई है। इहदा मतलब सच दे विच अपने आप नूं हर वक्त सच दे दायरे च रखना। साडे ते कोई लिमिटेशनस ने, पाबंदियां ने, असीं पाबंद हाँ कुछ चीज़ां दे, ते जो पाबंदियां ने साडे समाज ने साडे ते लाइयां उस समाजिक धारा नूं सच करदियां ने। इसे तरह कुछ पाबंदियां असां अपने आप ते लाउणीਆਂ ने। पहलां अपने गुरु दी सच विचार नूं प्राप्त करना है, समझना है, ते फिर अपने आप ते वो पाबंदियां आप लागू करनी। यही असल आज़ादी हुंदी है। असल आज़ादी ये है कि तुसीं अपने आप ते पाबंदियां आप चुन के लाउंदे हो। एक वो पाबंदियां जो लोगों ने साडे ते लाइयां ने, पर असां वो पाबंदियां लाउणीਆਂ ने जिहड़ियां असीं अपने आप ते लाउने आ। असीं अपने ते पाबंदी लाउणी, देख मना झूठ नहीं बोलना, बोलीए सच, धर्म झूठ ना बोलीए। इस अपने आप ते पाबंदी लाउणी है। देख मना तू मंदे थां ते नहीं जाना, ये अपने आप ते पाबंदी लाउणी है। देख मना तू मंदा कर्म नहीं करना, ये अपने आप ते पाबंदी लाउणी है। देख मना तू किसी नूं रसना दे करके चंगा मंदा बोल, गाली गलौज नहीं बोलनी, तू अपने आप ते पाबंदी। लैंगुएज कमांड अपनी रखनी है, बॉडी कमांड अपनी रखनी है, तो इस तरह अपने विचारां की कमांड भी तो आप रखनी ना। और यो पाबंदियां ने जो किसी ने नहीं लाउणीਆਂ साडे ते। ये सिर्फ कंट्रोल असां अपना करना है। यही असल आज़ादी का स्वरूप है। सानूं तां ही कहंदे ना गुरु ने सिख नूं आज़ादी दिती है। आज़ादी इस गल दी तू चुन तू की करना है। गुरु ने मार्ग दस दिता है, विकारां ने भी मार्ग दस्सिया है, कोई दो राय नहीं। जे गुरु ने मार्ग दिते ने तो दुनिया के मंदे लोगों के मार्ग भी हैगे ने, विकारां दे पासे भी हैगे ने। हुण चुन लै तू की करना चाहुना। तो असीं सच रहें कि असीं गुरमुखां दे पिछे रहना है, असीं तां गुरु दी बख्शिश नूं लैना ना, तो सच संग रहें, फिर सद सच रहें, सदा सच्चे सच दे विच रहना। किद्दां रहेगा बाबा? सदा सच दे विच किद्दां रवांगे? सदा पहरा किवें लगेगा? कहण लगे इहदे वास्ते एक जुगत है, मजबूरियां च नहीं जे हुंदा। ਅਸੀਂ ਵੱਡੇ ਵੱਡੇ संकल्प लोगों ਨੂੰ ਲੈਂਦੇ ਵੇਖਿਆ। कई बार जोश ਵਿੱਚ ਆ ਕੇ ਜਾਂ ਕਿਸੇ ਮਜਬੂਰੀ ਵਸ਼ ਲੋਕ ਬਾਹਾਂ ਖੜੀਆਂ ਕਰਕੇ संकल्प ਤੇ ਲੈ ਲੈਂਦੇ ਨੇ, ਪਰ ਨਿਭਦੇ ਨਹੀਂ ਗੇ। जोश ਵਿੱਚ ਲਏ ਹੋਏ संकल्प, इस तरह ਦੇ ਕੀਤੇ ਹੋਏ ਵਾਅਦੇ बहुत लंबा ਸਮਾਂ नहीं ਨਿਭਦੇ। कई बार ਵੇਖਿਆ ਸਮਾਗਮਾਂ 'ਚ ਲੋਕ ਬਾਹਾਂ ਖੜੀਆਂ ਕਰ ਕਰਕੇ संकल्प ਲੈ ਲੈਂਦੇ ਨੇ, ਪਤਾ ਲੱਗਾ ਘਰ ਤੱਕ नहीं ਪਹੁੰਚਦੇ। पर निभदे किवें ने? जदों तुसीं उहदे नाल प्रेम करन लग पैंदे हो। जिस दे नाल तुसीं प्रेम करन लग पैंदे हो, फिर उहदा वादा कदे नहीं जे तोड़दे। ये मनुखी फितरत है। हुण किहदे नाल प्रेम करदे आ, इह साडा आपो अपना है। असीं किसी मनुख नाल भी कर लैंदे आ, असीं मनुख दे वादे नहीं तोड़दे। ते जिन्हां दे नाल साडा कोई प्रेम नहीं हुंदा, रोज़ वादे करदे, रोज़ तोड़दे। रोज़ कहिंदे हाँ फलाणे वक्त तुहानूं घर आवांगे, मिलांगे, आ दुख सुख करांगे, लवांगे, देंगे, पर फिर की कहने भुल गए। पर जिस दे नाल साडा दिली प्रेम हुंदा है, असीं सारे काम छड्ड के वड्डे वड्डे घाटे नफ़े सह के भी असीं अपने प्रेम दे कीते वादे ते पहुँचदे आ। बस इसे तरह प्रभु जी दे नाल सदा सच दा वादा उही निभाएगा जो प्रभु जी ने प्रेम करेगा। सच्चा नाम प्यार गुरमुख जन ये पाबंदियां क्यों निभा लेंदे ने? गुरमुख जन अपने संकल्पां नूं क्यों पूरा कर लेंदे ने? क्योंकि वो प्रेम करते हैं प्रभु जी नूं। असीं प्रेम करते हैं पदार्थां नूं जां धन नूं, संपत्ति नूं, माया नूं जां संसार के लोकां नूं। वो प्रभु जी नूं प्रेम करते हैं। असीं लोकां दे फर्ज निभा देने आ, असीं माया निभा लैने आ, वो सत निभा लेंदे ने। सच संग रहें, सद सच रहें, सच्चे नाम प्यार। नतीजा की निकलदा बाबा? जिहड़े सदा सच ते टिक जांदे ने, सदा सच संग्रह कर लैंदे ने, उन्हां दा नतीजा की है? कहण लगे सदा निर्मल। फिर वो सदा निर्मल अवस्था नूं प्राप्त करते हैं। साडे जीवन दे विच निर्मलता नहीं हुंदी, ते गुरमुख दा जीवन सदैव काल वास्ते निर्मलता के मुकाम ते पहुँच जाता है। सदा निर्मल
मैल ना लग गई। फिर उन्हां दे जीवन विच किसी प्रकार की कोई मैल नहीं हुंदी, वो मैल रहत हुंदे ने। क्योंकि असां ते सुनिया ना पावन बाणी सदके कि एक हर निर्मल, वाहिगुरू जी निर्मल है, तो वाहिगुरू जी दे सदके वो गुरमुख जन भी निर्मल हो जाते ने। सदा निर्मल, मैल ना लग गई, उन्होंने किसी प्रकार की कोई मैल नहीं लगती। ये नहीं कि संसार च विचरते नहीं, हुण संसार च विचरते ने पर उन्होंने मैल नहीं लगती। संसार के विकारां विचारां च वो मैले नहीं हुंदे, क्योंकि वो अपने संकल्प पूरे निभाते हैं। अगे बाबा फरीद साहब की बाणी च एक बड़ा प्यारा संकल्पित वचन है कि कोई हंस उड़दा उड़दा किसी किसान के खेत में आन बैठा, तो खेत सी कोदरे का। भला भोला किसान विचारा समझा कि पक्षी आ बैठे ने, किते मेरी खेती दाने ना चुग जाते हुण, उड़ान चला गया। पर बाबा फरीद साहब कहने लगे, भोले किसान तेन पता नहीं भी ये जो हंस आके बैठा है ये तेरे कोदरे के दाने नहीं चुगेगा। बड़ा प्यारा बचन आपने कई बार पढ़न, हंस उडर कोदरह पिया, लोक बिडारन जाए, गहला लोक न जानदा, हंस ना कोदरा खाए। ये लोगों को पता ही नहीं कि हंस इहो ਜਿਹੇ दाने नहीं चुगदा भाई, ਉਹਦੀ खुराक होर है। गुरमुख जन संसार च विचरते ने पर संसार के प्रभावों तो निर्लिप्त रहते हैं, क्योंकि गुरमुखां की खुराक होर थां ते हुंदी है। गुरमुख संसार की निंदा चुगली की खुराक नहीं खाते, इस करके मैल तो बचे रहते हैं। कहने लगे क्यों? कहने लगे नदर कीती करतार, उन्हां दे उत्ते उस संकल्प के सदके मशक्कत करते हैं, अपने आप ने संकल्प ते टिके रहते हैं। नतीजन करता पुरख वाहिगुरू जी की नदर के पात्र बने रहते हैं। असीं तुसीं वाहिगुरू जी की नदर प्राप्त करने लई इत्थे आण बैठदे आ। भावें असीं कोई कथा करते हैं, कीर्तन करते हैं, सुनते हैं, कोई सेवा करता है, किसी किस रूप च कोई करता है, भावें किसी रूप च कोई पढ़ता है। सानू इन्हां ते गुरसिखां नूं पता ना कि साडे ते किरपा होएगी ते आ मिलेगा। ताईं अरदास करते, महाराज मेरे ते किरपा करो, ते किरपा दृष्टि नूं ही नदर कहिंदे ने। कहण लगे इस करके गुरमुख निर्मल हुंदा है। गुरमुख इस करके निभ जाता है क्योंकि करते की किरपा का पात्र हुंदा है। नदर कीती करतार, उन्होंने ते नदर है करते दी। कहण लगे अच्छा फिर असीं की करिए? कहण लगे नानक हाँ तिनके बलिहारण है। कहण लगे फिर असीं काम तो कर ही सकते ना, ये गुरसिख होए कर लिया करो। महाराज जो किहड़ा काम करिया करिए? कहण लगे जो असीं करते हैं उन्हां तो बलिहार जाया करो। किन्हां तो? कहण लगे जिन्हां ने वाहिगुरू जी के नाम नूं हिरदे च वसा लिया। अकल बड़ा प्यारा बचन पढ़सा, जिनी सचड़ा सच ध्याया हाँ तिनके लागों पाए। भाई जो सच्चे वाहिगुरू जी के नाम नूं ध्याउंदे ने, जिन्हां ने वाहिगुरू जी के नाम नूं हिरदे च वसा लिया, असीं फिर उन्हां तो बलिहार जाइए, उन्हां तो कुर्बान जाइए। नानक हाँ तिनके बलिहारण है, जो अन दिन जप है मुरार, जिहड़े हर वक्त हर वेले वाहिगुरू जी का नाम जपते रहते ने, उन्हां तो बलिहार जाइए। इसे करके तो आपां रोज़ कहने सही गुरमुख प्यारे मेल, जिन्हां मिलिया तेरा नाम चिते आवे। तो जे किते ऐसे गुरमुखां की तलाश में साडे वर्गे जी तुर पैंदे ने। हुण संसार च मुश्किलात साडी किहड़ी है? साडी मुश्किल ये है कि ऐसे गुरमुखां की तलाश करने वास्ते जदों असीं तुरदे हाँ तो सानू नकली लोग बहुत मिल जाते हैं। रस्ते विच गुरमुखां की नकल दे विच बहुत लोग ऐसे बैठे ने जो असलीयत विच गुरमुख नहीं गए पर बन के बैठे ने। महाराज के लगे देखना महला तीजा फिर नवा श्लोक नाल जुड़ते हैं, मैं जानिया वड हंस है। असीं तो किसी नूं मिल गए, उहदा बाणी, उहदा लिबास, उहदे बोल चाल, उहदे कर्म बाहर दे इंज लगदे सी जिवें बड़ा वड्डा संत होना है, बड़ा श्रेष्ठ मनुख होना है। असीं तो वड्डा हंस समझ बैठे, असीं तो इहनूं बन बैठे भी हाँ वो तो जो परिभाषा की इसे दी होनी आ, पर तां असीं उहदा संग कर लिया। मैं जानिया वड्डा हंस है तां मैं किया संग, तां असीं इहदा संग साथ कर लिया। पर जदों थोड़ा जिहा अगे गए ना, भाव कुछ समा साथ निभी जाए तो फिर पता लग जाता वो चीज़ा साथ कर ले तो गलत बंदा सी।
ਤਾਂ ਹੀ ਪੁਰਾਣੇ ਲੋਕ ਕਹਿੰਦੇ ਰਾਹ ਪਏ ਜਾਂ ਵਾਹ ਪਏ ਜਾਣੀਦਾ। ਜਦੋਂ ਕੁਝ ਸਮਾਂ ਕਿਸੇ ਨਾਲ ਵਾਹ ਪੈਂਦਾ ਹੈ ਅਤੇ ਕੁਝ ਸਮੇਂ ਦੇ ਵਾਹ ਤੋਂ ਬਾਅਦ ਸਾਨੂੰ ਉਹਦੀ ਅਸਲੀਅਤ ਦਾ ਪਤਾ ਲੱਗ ਜਾਂਦਾ। ਅਤੇ ਕਹਿਣ ਲੱਗੇ ਜਦੋਂ ਅਸੀਂ ਕੁਝ ਸਮਾਂ ਉਹਦੇ ਨਾਲ ਨਿਭੇ ਨਾ ਅਤੇ ਪਤਾ ਲੱਗ ਗਿਆ ਵੀ ਤੇ ਗੁਰਮੁਖ ਨਹੀਂ ਹੈ, ਇਹ ਤਾਂ ਪਾਖੰਡੀ ਹੈ, ਇਹ ਤਾਂ ਲੋਕਾਂ ਨੂੰ ਵਿਖਾਉਂਦਾ ਪਿਆ। ਅਤੇ ਫਿਰ ਕੀ ਜੇ ਜਾਣਾ ਬੱਗ ਬੱਪੜਾ। ਹੁਣ ਪਛਤਾਵਾ ਹੁੰਦਾ ਕਿ ਕਿਤਨਾ ਸਮਾਂ ਇਹਦੇ ਨਾਲ ਆ ਬੈਠੇ ਹਾਂ, ਕਿਤਨਾ ਸਮਾਂ ਯਾਤਰਾ ਕੀਤੀ, ਉਹ ਸਭ ਨਿਸ਼ਫਲ ਚਲੀ ਗਈ। ਜੇ ਸਾਨੂੰ ਪਹਿਲਾਂ ਪਤਾ ਲੱਗ ਜਾਂਦਾ, ਜੇ ਜਾਣਾ ਬੱਗ ਬੱਪੜਾ, ਜੇ ਪਤਾ ਲੱਗ ਜਾਂਦਾ ਵੀ ਇਹ ਹੰਸ ਨਹੀਂ ਤੇ ਬਗੁਲਾ ਹੈ, ਭਾਵੇਂ ਤੇ ਨਕਲੀ ਪਾਖੰਡੀ ਹੈ, ਤਾਂ ਜਨਮ ਨਾ ਦੇਣ ਦੀ ਅੰਗ। ਮਹਾਰਾਜ ਕਹਿੰਦੇ ਫਿਰ ਤੇ ਜਿੰਦ ਕਹਿੰਦੀ ਮੈਂ ਤਾਂ ਇਸ ਜਨਮ 'ਚ ਕਦੇ ਵੀ ਇਹਦਾ ਸਾਥ ਨਾ ਕਰਦੇ। ਗੁਰਦੇਵ ਕਿਰਪਾ ਕਰਨ ਵਾਸਤੇ ਸਾਨੂੰ ਚੇਤਨਤਾ ਰੱਖਣੀ ਹੈ ਕਿ ਸਾਨੂੰ ਸੱਚ ਦੇ ਮੁਕਾਮ 'ਤੇ ਪਹੁੰਚਦਿਆਂ ਰਸਤੇ 'ਚ ਬਹੁਤ ਲੋਕ ਐਸੇ ਮਿਲਣਗੇ ਜੋ ਆਪਣੇ ਆਪ ਨੂੰ ਸੱਚਾ ਅਤੇ ਸੁੱਚਾ ਹੋਣ ਦਾ ਦਾਅਵਾ ਕਰਨਗੇ, ਪਰ ਉਹ ਸਾਰੇ ਸੱਚੇ ਅਤੇ ਸੁੱਚੇ ਨਹੀਂ ਹੁੰਦੇ। ਉਹਨੂੰ ਚੰਗਾ ਮੰਦਾ ਬੋਲਣ ਦੀ ਬਜਾਏ ਮਿਲੇ ਅਗਾਂਹ ਲੰਘ ਜਾਈਏ, ਕਿਉਂਕਿ ਸਾਨੂੰ ਕਿਸੇ ਆਪਣੇ ਨਿਸ਼ਾਨੇ ਦੀ ਤਲਾਸ਼, ਆਪਣੇ ਨਿਸ਼ਾਨੇ ਦਾ ਪੈਮਾਨਾ ਪਤਾ ਹੋਣਾ ਚਾਹੀਦਾ, ਅਸਾਂ ਕਿੱਥੇ ਪਹੁੰਚਣਾ ਹੈ। ਜੇ ਵੇਖਿਆ ਨਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਤਾ ਗੱਦੀ ਦੇ ਸਮੇਂ ਵੇਖਿਆ ਆਲੇ ਦੁਆਲੇ 22 ਲੋਕ ਆਪਣਾ ਡੇਰਾ ਲਾ ਬੈਠੇ ਸਨ। ਭਾਈ ਮੱਖਣ ਸ਼ਾਹ ਜੀ ਵਡਹੰਸ ਬਿਰਤੀ ਲੈ ਕੇ ਆਏ ਨੇ, ਸਭ ਨੂੰ ਮਿਲੇ ਨੇ, ਬੁਰਾ ਕਿਸੇ ਨੂੰ ਵੀ ਨਹੀਂ ਕਿਹਾ, ਕਿਉਂਕਿ ਸਾਰੇ ਜਪਦੇ ਤੇ ਵਾਹਿਗੁਰੂ ਵਾਹਿਗੁਰੂ ਹੀ ਸਨ, ਪਰ ਅੰਦਰ ਪਾਖੰਡ ਸੀ। ਬੁਰਾ ਕਿਸੇ ਨੂੰ ਨਹੀਂ ਕਿਹਾ, ਪਰ ਤਲਾਸ਼ ਨਿਰੰਤਰ ਜਾਰੀ ਰੱਖੀ, ਪੈਮਾਨਾ ਸੱਚ ਦਾ ਰੱਖਿਆ। ਜੋ ਸੱਚ ਕਹੇਗਾ, ਜੋ ਸੱਚ ਦੱਸੇਗਾ, ਮੇਰੀ ਆਖਰੀ ਤਲਾਸ਼ ਹੋਈ ਹੈ। ਅਤੇ ਗੁਰਦੇਵ ਧੰਨ ਗੁਰੂ ਤੇਗ ਬਹਾਦਰ ਨੂੰ ਸੱਚ ਦਿਖਾ ਦਿੱਤਾ, ਸੱਚ ਦੱਸ ਦਿੱਤਾ, ਮੰਜ਼ਿਲ ਪ੍ਰਾਪਤ ਹੋ ਗਈ ਅਤੇ ਲਾਧੋ ਰੇ ਗੁਰਲਾਧੋ ਹੋ ਗਈ। ਗੁਰ ਕਿਰਪਾ ਕਰਨ। ਇਸ ਪੌੜੀ ਸ਼ਲੋਕ ਦੇ ਅਗਲੇ ਕੁਝ ਬਚਨ ਆਪਾਂ ਕੱਲ੍ਹ ਬੈਠ ਕੇ ਸਾਂਝੇ ਕਰਾਂਗੇ। ਸਮੇਂ ਦੇ ਮੁਤਾਬਕ ਭੁੱਲ ਚੁੱਕ ਦੀ ਖਿਮਾ। ਆਸੀਸ ਅਤੇ ਪਿਆਰ ਦਿੰਦੇ ਫਤਿਹ ਬੁਲਾਵਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।